अस्सलाम वालेकुम रहमतुल्लाहि बरकातहू जी दोस्तों। ਅੱਜ ਅਸੀਂ ਜਿਹੜੀ ਲੂਸਣ ਦੀ ਖੇਤ ਹਨ ਜੀ ਉਸ ਦੇ ਵਿੱਚ ਪਾ ਰਹੇ ਹਾਂ ਜੀ ਆਲੀ, ਜਿਹਨੂੰ ਗੋਬਰ ਵੀ ਆਖਿਆ ਜਾਂਦਾ ਜੀ। ਅਤੇ ਲੂਸਣ ਦੀ ਇੱਕ ਕਟਾਈ ਕਰਨ ਤੋਂ ਬਾਅਦ ਅਸੀਂ ਇਸ ਦੇ ਵਿੱਚ ਅੱਛੇ ਤਰੀਕੇ ਨਾਲ ਗੋਬਰ ਮਿਕਸ ਕਰਦੇ ਪਏ ਹਾਂ। ਇਸ ਦਾ ਫਾਇਦਾ ਇਹ ਮਿਲੇਗਾ ਕਿ ਇੱਕ ਤਾਂ ਜਿਹੜੀਆਂ ਕੈਮੀਕਲ ਵਾਲੀ ਖਾਦਾਂ ਹਨ ਉਸ ਦੀ ਜਿਹੜੀ ਮਿਕਦਾਰ ਹੈ ਉਹ ਕਾਫੀ ਘੱਟ ਜਾਂਦੀ ਹੈ ਜੀ। ਯਾਨੀ ਕਿ ਯੂਰੀਆ ਜਾਂ ਫਾਸਫੋਰਸ DAP ਦੇ ਤੌਰ 'ਤੇ ਜਾਂ ਪੋਟਾਸ਼ ਪਾਉਣ ਦੇ ਬਜਾਏ ਅਸੀਂ ਗੋਬਰ ਦੀ ਖਾਦ ਜਿਹੜੀ ਹੈ ਉਹ ਲੂਸਣ ਦੇ ਵਿੱਚ ਛਿੱਟਾ ਕਰ ਦਿੰਦੇ ਹਾਂ ਜੀ। ਇਹ ਲੂਸਣ ਦਾ ਖੇਤ ਆਪਣਾ ਚੱਲ ਰਿਹਾ ਇਸ ਟਾਈਮ ਤੀਸਰੇ ਸਾਲ ਦੇ ਵਿੱਚ, ਔਰ ਇਸ ਗੋਬਰ ਦੇ ਪਾਉਣ ਦੇ ਬਾਈ ਜੀ ਬਹੁਤ ਹੀ ਸ਼ਾਨਦਾਰ ਰਿਜ਼ਲਟਸ ਆਉਂਦੇ ਨੇ ਜੀ। ਇਤਨੇ ਸ਼ਾਨਦਾਰ ਰਿਜ਼ਲਟਸ ਕਿ ਕੋਈ ਵੀ ਖਾਦ ਪਾਉਣ ਦਾ ਇਤਨਾ फ़ायदा नहीं ਹੁੰਦਾ ਜਿਤਨਾ ਇਹ ਗੋਬਰ ਯਾਨੀ ਕਿ ਆਲੀ ਪਾਉਣ ਦਾ फ़ायदा ਹੁੰਦਾ ਹੈ ਜੀ। ਤੁਸੀਂ ਲੂਸਣ ਦੀ ਇੱਕ ਕਟਾਈ ਕਰਤੇ ਇਸ ਤਰੀਕੇ ਤੁਸੀਂ ਉਸ ਨੂੰ ਛਿੱਟਾ ਕਰੋ। ਉਸ ਦੇ ਵਿੱਚ ਖੁਸ਼ਕ ਲੱਭ ਜਾਵੇ ਤਾਂ ਸਭ ਤੋਂ ਬੈਸਟ ਹੈ, ਖੁਸ਼ਕ ਨਾ ਹੀ ਲੱਭੇ ਤਾਂ ਨਰਮ ਵੀ ਹੋਵੇ ਤਾਂ ਵੀ ਕੋਈ ਮਸਲਾ ਨਹੀਂ, ਅੱਛੇ ਤਰੀਕੇ ਨਾਲ ਉਹਦਾ ਛਿੱਟਾ ਹੁੰਦਾ ਜਾਵੇ ਜਿਸ ਤਰੀਕੇ ਬਾਈ ਛਿੱਟਾ ਕਰ ਰਹੇ ਹਨ ਜੀ। ਇਸ ਦਾ ਬੜੇ ਫ਼ਾਇਦੇ ਨੇ ਜੀ, ਬਹੁਤ ਜ਼ਿਆਦਾ ਫ਼ਾਇਦਾ ਮਿਲਦਾ ਹੈ ਜੀ। ਇਸ ਨਾਲ ਜ਼ਮੀਨ ਦੇ ਵਿੱਚ ਜਿਹੜਾ ਵਾਤਰ ਹੈ ਉਹ ਵੀ ਕਾਫੀ ਦੇਰ ਤੱਕ ਰਹਿੰਦਾ ਹੈ, ਅਤੇ ਦੂਸਰਾ ਜਿਹੜਾ ਕੀੜੇ ਮਕੌੜੇ ਹਨ ਉਹਨਾਂ ਦੀ ਵੀ ਅਫਜ਼ਾਇਸ਼ ਹੁੰਦੀ ਹੈ, ਯਾਨੀ ਕਿ ਫ਼ਾਇਦਾਮੰਦ ਜਿਹੜੇ ਬੈਕਟੀਰੀਆ ਹਨ ਉਹਨਾਂ ਦੀ ਅਫਜ਼ਾਇਸ਼ ਹੁੰਦੀ ਹੈ। ਅਤੇ ਲੂਸਣ ਦੀ ਜਿਹੜੀ ਜੜ੍ਹਾਂ ਹੈ ਉਹਨਾਂ ਦੀ ਵੀ ਬੜੋਤਰੀ ਜ਼ਿਆਦਾ ਹੁੰਦੀ ਹੈ, ਜ਼ਮੀਨ ਜਿਹੜੀ ਹੈ ਇਸ ਨਾਲ ਨਰਮ ਹੋ ਜਾਂਦੀ ਹੈ। ਲੂਸਣ ਦੀ ਕਟਾਈਆਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੈ ਸਕਦੇ ਨੇ। ਅਤੇ ਆਲੀ ਦੇ ਪਾਉਣ ਦਾ ਮਿਕਦਾਰ ਇਹ ਹੈ ਵੀ ਤਕਰੀਬਨ 1 ਏਕੜ ਦੇ ਵਿੱਚ 15 ਤੋਂ 20 ਰੇਹੜੀਆਂ ਜਿਹੜੀਆਂ ਹੁੰਦੀਆਂ ਨੇ ਜੀ, ਇਹ ਤੁਸੀਂ ਜਿਹੜੀ ਰੇਹੜੀ ਦੇਖ ਰਹੇ ਹੋ 15 ਤੋਂ 20 ਰੇਹੜੀਆਂ ਜਿਹੜੀਆਂ ਨੇ ਇਹ ਤੁਸੀਂ ਛਿੱਟਾ ਕਰ ਸਕਦੇ ਨੇ। ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਵੱਡੀਆਂ ਢੇਰੀਆਂ ਨਹੀਂ ਲਾਉਣੀਆਂ, ਕਿਉਂਕਿ ਵੱਡੀਆਂ ਢੇਰੀਆਂ ਅਗਰ ਲੱਗ ਗਈਆਂ ਤਾਂ ਫਿਰ ਜਿੱਥੇ ਥੱਲੇ ਲੂਸਣ ਅਸੀਂ ਉਹ ਸੜ ਜਾਸੀ। ਠੀਕ, ਇਸ ਚੀਜ਼ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ ਕਿ ਬਰੀਕ ਬਰੀਕ ਛਿੱਟਾ ਹੁੰਦਾ ਜਾਵੇ ਇਸ ਦਾ, ਜ਼ਿਆਦਾ ਵੱਡੀਆਂ ਢੇਰੀਆਂ ਨਹੀਂ ਲਾਉਣੀਆਂ ਜੀ। ਅਤੇ ਕੋਸ਼ਿਸ਼ ਇਹ ਕਰਨੀ ਹੈ ਕਿ ਛਿੱਟਾ ਕਰਨ ਤੋਂ ਬਾਅਦ ਜਿਹੜਾ ਨਾ ਫੌਰੀ ਬਾਅਦ ਤੁਸੀਂ ਇਸ ਨੂੰ ਅੱਛੇ ਤਰੀਕੇ ਨਾਲ ਪਾਣੀ ਨਾਲ ਭਰਾ ਦੇਵੋ। ਉਸ ਦੇ ਵਿੱਚ ਇਹ ਹੋ ਸੀ ਕਿ ਜਿਹੜੀ ਆਲੀ ਸ਼ਾਲੀ ਹੈ ਜਾਂ ਵੱਡੇ ਰੋੜੇ ਹਨ ਉਹ ਵੀ ਨਰਮ ਹੋ ਤੇ ਨਾ ਮੁਕੰਮਲ ਤੌਰ 'ਤੇ ਆਪਣੇ ਜਿਹੜੀ ਫਸਲ ਉਹ ਸੀ ਉਸ ਨੂੰ ਦਸਤਿਆਬ ਹੋ ਜਾਸਨ ਜੀ। ਨੈਟ ਦੇਖ ਕੇ